काम कर रहे थे। ऐसे ऐसे लोग सी ਜਿਹੜੇ ਬੇਚਿੰਤ ਹੋ ਕੇ ਘਰਾਂ ਸੁੱਤੇ ਸੀ, ਘਰਾਂ ਤੋਂ ਪੁਲਿਸ ਚੁੱਕ ਕੇ ਲੈ ਕੇ ਆਈ, ਸਜ਼ਾਏ ਮੌਤ ਹੋਈ, ਉਮਰ ਕੈਦ ਹੋਈਆਂ। ਇਸ SIT ਨੇ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਜਿਹੜੇ ਕਹਿੰਦੇ ਸੀ ਸਾਡੇ ਵੱਲ ਹਵਾਵਾਂ ਵੀ ਪੁੱਛ ਕੇ ਚੱਲਦੀਆਂ ਨੇ, ਅੱਜ ਜੇਲ੍ਹਾਂ ਦੀ ਸਲਾਖਾਂ ਪਿੱਛੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕਾਰਨ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਜਦੋਂ ਅਫਗਾਨਿਸਤਾਨ ਦੇ ਉੱਤੇ ਏਡੀ ਭੀੜ ਪਈ ਸਿੱਖਾਂ ਦੇ ਉੱਤੇ, ਉਹਨਾਂ ਨੇ ਦੁਹਾਈਆਂ ਦੇ ਦੇ ਕੇ ਪੂਰੀ ਦੁਨੀਆ ਦੇ ਆਵਾਜ਼ ਕਰਕੇ ਕਿਹਾ ਸਾਨੂੰ ਇੱਥੋਂ ਬਾਹਰ ਕੱਢੋ, ਬਾਹਰ ਕੱਢੋ। ਉਹ ਅਫਗਾਨਿਸਤਾਨ ਦੇ ਨਾਗਰਿਕ ਸੀ, ਉਹ ਭਾਰਤ ਦੇ ਨਾਗਰਿਕ ਨਹੀਂ ਸੀ। ਉਹਨਾਂ ਦੇ ਭਾਰਤ ਦਾ ਕੋਈ ਵੱਖਰਾ ਅਧਿਕਾਰ ਨਹੀਂ ਸੀ, ਨਾ ਉਹਨਾਂ ਦਾ ਅਧਿਕਾਰ ਸੀ ਭਾਰਤ ਤੇ। ਲੇਕਿਨ ਮੈਂ ਉਹਨੂੰ ਉਹ ਦਿਨ ਯਾਦ ਆ ਕਿ ਜਦੋਂ ਮੈਂ ਗ੍ਰਹਿ ਮੰਤਰੀ ਜੀ ਨੂੰ ਕਿਹਾ, ਉਹਨਾਂ ਕਿਹਾ ਇੱਕ ਦਾ ਵੀ ਨੁਕਸਾਨ ਨਹੀਂ ਹੋਣ ਦਾਂਗੇ ਸਿਰਸਾ ਜੀ, ਵੀਜ਼ੇ ਨਹੀਂ ਦੇंगे, उनको लेके आएंगे। 800 ਲੋਕਾਂ ਨੂੰ ਜਹਾਜ਼ਾਂ 'ਚ ਕੱਢ ਕੇ ਇੱਥੇ ਲੈ ਕੇ ਆਂਦਾ। ਉਸ ਵੇਲੇ ਜਿਸ ਵੇਲੇ ਤਾਲਿਬਾਨ ਜਿਹੜੇ ਸੀਗੇ, ਹਾਲਾਤ ਸਾਡੇ ਖੂਨ ਦੇ ਪਿਆਸੇ ਹੋਏ ਪਏ ਸੀਗੇ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਟਾਨ-ਕੋਟ ਧੰਨਵਾਦ ਕਰਦਾ। ਅਸੀਂ ਆਸਾਨ ਫਰਾਮੋਸ਼ ਲੋਕ ਨਹੀਂ। ਟੈਕਸੀ ਡਰਾਈਵਰ ਨੂੰ ਅਗਰ ਟੈਕਸੀ ਵੀ ਤੋਂ ਉਤਰੀ ਦਾ ਹੈ ਤੇ 100 ਰੁਪਇਆ ਕਿਰਾਇਆ ਦੇਣ ਦੇ ਬਾਅਦ ਵੀ ਥੈਂਕ ਯੂ ਕਹੀਦਾ ਹੈ। ਔਰ ਇੰਨੀਆਂ ਕੀਮਤੀ ਜਾਨਾਂ ਬਚਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਨੂੰ ਵਾਪਸ ਲੈ ਕੇ ਆਉਣ ਦਾ ਕੰਮ ਕਰੇ, ਔਰ ਅਸੀਂ ਧੰਨਵਾਦ ਵੀ ਨਾ ਕਰੀਏ, ਇਹ ਕਦੀ ਨਹੀਂ ਹੋ ਸਕਦਾ। ਮੈਂ ਇਸ ਕਰਕੇ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਇਸ ਤਰੀਕੇ ਸਾਡੇ ਨਾਲ ਕੌਣ ਆ ਕੇ ਕਦੋਂ ਖੜਾ। ਜਿਹੜੀ ਕਾਂਗਰਸ ਨੇ 1984 ਤੋਂ ਲੈ ਕੇ ਲਗਾਤਾਰ ਬਲੈਕ ਲਿਸਟਾਂ ਬਣਾਈਆਂ, ਕਾਲੀਆਂ ਸੂਚੀਆਂ। ਕਾਲੀਆਂ ਸੂਚੀਆਂ ਕੀ ਸੀ? ਜਿਹੜੇ ਸਾਡੇ ਪਿੱਛੇ ਵਿਦੇਸ਼ਾਂ 'ਚ ਆਵਾਜ਼ ਚੁੱਕਦੇ ਸੀ ਸਿੱਖ, ਜਿਹੜੇ ਸਾਡੇ ਲੜਾਈ ਲੜਦੇ ਸੀ, ਉਹਨੂੰ ਕਾਲੀ ਸੂਚੀਆਂ 'ਚ ਪਾ ਦਿੱਤਾ ਗਿਆ ਕਿਉਂਕਿ ਭਾਰਤ ਨਾ ਮੁੜ ਸਕਣ ਔਰ ਇਸ ਡਰ ਦੇ ਚੱਲਦੇ ਬਾਕੀ ਲੋਕ ਬੋਲਣਾ ਬੰਦ ਕਰਨ। ਉਹਨਾਂ ਦੀਆਂ ਕਾਲੀਆਂ ਸੂਚੀਆਂ ਨੂੰ ਖਤਮ ਕਰਨ ਦਾ ਕੰਮ ਕਿਹਨੇ ਕੀਤਾ ਹੈ? ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕੀਤਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆਇਆ। ਅੱਜ ਤੋਂ ਪਹਿਲਾਂ ਕਿਹਨੇ ਦੇਖਿਆ ਸੀ ਦੁਨੀਆ ਦੇ ਅੰਦਰ? ਪੂਰੀ ਦੁਨੀਆ ਦੀਆਂ ਅੰਬੈਸੀਆਂ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਦੁਨੀਆ ਦੀਆਂ ਅੰਬੈਸੀਆਂ ਦੇ ਅੰਦਰ, ਮਾਫ ਕਰਨਾ, ਸਾਡੇ ਸਿੱਖ ਪ੍ਰਧਾਨ ਮੰਤਰੀ ਸੀ, ਉਹਨਾਂ ਨੂੰ ਪ੍ਰਧਾਨ ਮੰਤਰੀ ਹਾਊਸ ਵੀ ਇਸ ਗੱਲ ਦੀ ਸ਼ਰਮ ਆਉਂਦੀ ਸੀ ਕਿ ਜਿਵੇਂ ਮਨਾਇਆ ਤੇ ਸੋਨੀਆ ਨਾਰਾਜ਼ ਹੋਈ। ਉਹਨਾਂ ਨੇ ਕਦੀ ਪ੍ਰਧਾਨ ਮੰਤਰੀ ਦੇ ਹਾਊਸ ਅੰਦਰ ਵੀ ਅੱਜ ਤੱਕ ਪ੍ਰਕਾਸ਼ ਪੁਰਬ ਨਹੀਂ ਮਨਾਇਆ ਸੀ ਪੂਰੀ ਦੁਨੀਆ ਦੀਆਂ ਅੰਬੈਸੀਆਂ 'ਚ। ਔਰ ਪ੍ਰਧਾਨ ਮੰਤਰੀ ਜੀ ਨੇ ਆਦੇਸ਼ ਦਿੱਤਾ ਕਿ ਦੇਸ਼ ਦਾ ਹਰ ਗਵਰਨਰ ਹਾਊਸ ਅੰਦਰ ਵੀ ਪ੍ਰਕਾਸ਼ ਪੁਰਬ ਮਨਾਊਗਾ। ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਤਿਹਾਸ ਔਰ ਉਹਨਾਂ ਦੀ ਬਾਣੀ ਦੁਨੀਆ ਦੀਆਂ ਲੈਂਗੁਏਜ ਅੰਦਰ ਛਾਪੀ ਗਈ, ਯੂਨੈਸਕੋ ਨੂੰ ਡਿਊਟੀ ਲਗਾਈ ਗਈ ਔਰ ਵਰਲਡ ਦੇ ਅੰਦਰ ਫ੍ਰੈਂਚ ਤੋਂ ਲੈ ਕੇ ਸਪੈਨਿਸ਼ ਉਹਨਾਂ ਲੈਂਗੁਏਜ ਅੰਦਰ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਪ੍ਰਸਾਰ ਕਰ ਪਹੁੰਚਾਉਣ ਦਾ ਕੰਮ ਕੀਤਾ। ਕਿਹਨੇ ਕੀਤਾ ਹੈ? ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ। ਪੰਜਾਬ ਦੇ ਲੋਕਾਂ ਨੂੰ ਮੈਂ ਇਸ ਕਰਕੇ ਬੇਨਤੀ ਕਰਨਾ, ਉਹਨਾਂ ਦੀਆਂ ਗੱਲਾਂ ਪੜ੍ਹਨ ਲੱਗੋ। ਤੁਸੀਂ ਦੇਖੋ ਸ੍ਰੀ ਦਰਬਾਰ ਸਾਹਿਬ, ਮੈਂ ਇਹ ਚੀਜ਼ਾਂ ਯਾਦ ਕਰਨਾ ਚਾਹੁੰਦਾ, ਅਸੀਂ ਭੁੱਲਣਾ ਚਾਹੀਏ। ਸ੍ਰੀ ਦਰਬਾਰ ਸਾਹਿਬ ਨੂੰ ਬਾਹਰੋਂ ਕੋਈ ਦਰਸ਼ਨ ਵਾਸਤੇ ਅਗਰ ਮਾਇਆ ਭੇਜਣਾ ਚਾਹਵੇ ਭੇਜ ਨਹੀਂ ਸਕਦਾ ਸੀ। ਕੇਂਦਰ ਦੀ ਸਰਕਾਰ ਜਿਹੜੀ ਸੀਗੀ ਕਾਂਗਰਸ ਦੀ, ਕਹਿੰਦੀ ਸੀ ਜੇਕਰ ਬਾਹਰੋਂ ਵਿਦੇਸ਼ਾਂ ਚੋਂ ਪੈਸਾ ਆਊਗਾ ਉਹ ਅੱਤਵਾਦ ਲਈ ਯੂਜ਼ ਹੋਊਗਾ, ਸ੍ਰੀ ਦਰਬਾਰ ਸਾਹਿਬ ਲਈ ਪੈਸਾ ਆਊ ਤੇ ਅੱਤਵਾਦ ਲਈ ਯੂਜ਼ ਹੋ ਜਾਊਗਾ। ਇਹ ਕਹਿ ਕੇ ਤੇ ਸਾਡਾ FCRA ਕੈਂਸਲ ਕੀਤਾ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਭੁੱਲ ਗਏ ਹੋ ਕਿ ਪੰਜਾਬ ਦੇ ਲੋਕ FCRA ਕੈਂਸਲ ਕਰਤਾ ਸੀ। ਸਾਨੂੰ ਅਧਿਕਾਰ ਨਹੀਂ ਸੀਗਾ ਸ੍ਰੀ ਦਰਬਾਰ ਸਾਹਿਬ ਵਾਸਤੇ ਮੇਰੇ ਕੋਲ ਬਾਹਰੋਂ ਮੱਥਾ ਟੇਕਣਾ ਚਾਹੇ ਟੇਕ ਨਹੀਂ ਸਕਦਾ ਸੀ। ਜਦੋਂ ਜਾ ਕੇ ਮੇਰੀ ਯਾਦ ਆ, ਮੈਂ ਜਾ ਕੇ ਪ੍ਰਧਾਨ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਸ ਵੇਲੇ ਉਹਨਾਂ ਦੀ ਜਾਣਕਾਰੀ 'ਚ ਅਸੀਂ ਲੈ ਕੇ ਆਂਦਾ। ਉਹਨਾਂ ਜਾ ਕੇ ਪ੍ਰਧਾਨ ਮੰਤਰੀ को टेक आउट किया। प्रधानमंत्री जी ने एक तो सवाल पूछा, ऐसा कैसे हो सकता है, ऐसा कैसे हो सकता है? गृह मंत्री जी अमित शाह जी की जानकारी च लैके आंदा, तुरंत FCRA चालू किया गया। तुसी देखो दरबार साहब च मत्था टेकण दी अलाउड नहीं सीगा। ये हालात सी साडी कांग्रेस दा। मैं तुहानूं ये याद करना चाहना कि इस तरीके लखपत साहिब गुजरात के अंदर उस वेले ते देश के प्रधानमंत्री, इस देश के प्रधानमंत्री नहीं सी, केवल गुजरात के मुख्य मंत्री सी। जदों उत्थे भूचाल आया तो गुरु नानक देव पातशाह जी का पवित्र स्थान लखपत साहिब का नुकसान हो गया, उसनों वापस रिस्टोर कराया। इन्नी मन च श्रद्धा सी, शायद सानूं सिखां में पता भी नहीं होगा कि लखपत साहिब का नुकसान होया सी। उन्होंने रिस्टोर कराया, इस कदर रिस्टोर कराया कि यूनैस्को ने उसनों बेस्ट हैरीटेज का अवार्ड दिता। यूनैस्को ने जो बेस्ट रिस्टोर आर्कीटैक्ट सीगा उसनों दा इनाम दिता। ये देश के प्रधानमंत्री की सिखां के प्रति सोच है। वो लोग जिहड़े साडे तो नफरत करते सी कि साडे पवित्र स्थानां नूं ढाह ढेरी करता, श्री अकाल तख्त साहिब नूं ढाह ढेरी करता, दरबार साहिब के अंदर गुरु ग्रंथ साहिब महाराज की पवित्र स्वरूप के सीने च गोलियां उतारियां, इन्नी नफरत सी साडे तो। और दूजे पासे एक प्रधानमंत्री जो सिजदा करते हैं, भावें किन्ने भी हालात माड़े रहे होण, भावें किस तरह के भी टकराव की स्थिति आउंदी रही होवे, पर देश के अंदर उन्होंने कभी टकराव में खड़े नहीं होने दिता। किन्ने भी विपरीत स्थितियों के बावजूद भी साडा किसी का कोई नुकसान नहीं होने दिता। इस करके पंजाब भी बहुत जरूरी आ, देश के प्रधानमंत्री वर्गे विजन वाला ये सरकार इत्थे बने। मैं तुहानूं भी याद करना चाहना कि गुरु तेग बहादुर जी का 400 साला प्रकाश पुरब चल रहा है। ये भी पहली बार होया।
कि प्रधानमंत्री जी ने खुद इन मीटिंग ली, उन्होंने मीटिंग मैं भी शमूलीयत की है और मेरे साबका जिस पार्टी मैं सी सरदार सुखबीर सिंह बादल ने बीबी जागीर कौर जी ने उन्होंने शमूलीयत की और सारा वर्कआउट किया कि किस तरह गुरु तेग बहादुर साहब जी की इस महान शहादत जिदे करके ये सुंदर देश बचे है, धर्म बचे आ, उसको किस तरह कर कर बचाना है। ये देश के प्रधानमंत्री नरेंद्र मोदी जी की सोच है। आने वाला समा पंजाब की सानू बहुत लोड़ आ, उन्होंने क्यों लोड़ है मैं हूँ ये दसना चाहना है क्यों सानू अज जरूरी आ। मैं तुम्हें एक गल होर ऐड करना चाहना, सबनों हेमकुंट साहब का पता है पर किसी ने कभी ये नहीं सोचा कि जो गुरु का सिख हेमकुंट साहब दर्शन करन जाता है वो दर्शन सुखाले हो सकन, वो कोई उपराला करो। पिछले दिन उन्होंने जो उधर गए उत्तराखंड गए और खास तौर पर जो उन्होंने एक मीटिंग ली और वो पता लगा कि हेमकुंट साहब दूसरा जो पवित्र स्थान है इतने हेमकुंट साहब आ वो दर्शन जाना हो कहते जो पैदल जाना पैंदा। इमीडिएटली बैठ के मीटिंग बुला के कहा कि उस तरीके रोपवे इन्होंने जोड़िया जाए ताकि संगत खुले दर्शन दिदारे कर जान। हुण उत्थे रोपवे का काम शुरू हो गया जिहड़े हेमकुंट साहब नूं दर्शनां दे वास्ते। पंजाब दे अंदर साडे बहुत सारे मुद्दे ने, भाषा तो लैके साडे पंजाब नूं जिस तरीके 4 लाख करोड़ के कर्जे च धकेल दिता गया, नशियां दे अंदर धकेलिया, बेरोजगारी चरम सीमा ते आ, गैंगस्टर्स का माहौल आ और पंजाब नूं लुट्टण कुट्टण का काम करते पे। एक सरकार आउंदी है दूजी चले जाती है, बस इक्को गल चलती है, ये चोर सी दूजा कहता ये लुटेरे सी, दूजा कहता लुटेरे सी, तीजा कहता डाकू से। इस तो अगे कुछ नहीं हो रहा और बहुत गल हो जाए तो फिर ये कह देंगे ने कि पंथ नूं खतरा है और हुण पंथ नूं खतरा पै गया, जो इकट्ठे हो जाओ। ये बहुत वड्डा साडे लई दुखांत है कि असीं अपने परिवार